ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰਾਗਿਨੀ ਜੋਸ਼ੀ ਤੇ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਦਾ ਇਮੀਗ੍ਰੇਸ਼ਨ ਸੰਬੰਧੀ ਸਾਡਾ ਖਾਸ ਸ਼ੋਅ ਦਾ ਇਮੀਗ੍ਰੇਸ਼ਨ ਸ਼ੋਅ। ਜਿਵੇਂ ਜਿਵੇਂ ਇਕਨੋਮੀ ਜਿਹੜੀ ਹੈ ਮੁੜ ਤੋਂ ਰੀਓਪਨ ਹੋ ਰਹੀ ਹੈ, ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਜਿਹੜੀ ਆ ਸਟੈਪ ਬਾਏ ਸਟੈਪ ਅਸੀਂ ਕਹੀਏ ਟਰੈਵਲ ਰਿਸਟ੍ਰਿਕਸ਼ਨਸ ਹੈ ਉਹਨਾਂ ਦੇ ਵਿੱਚ ਢਿੱਲ ਵੀ ਦਿੱਤੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਜ਼ ਸੂਨ ਐਜ਼ ਸੈਪਟੈਂਬਰ ਦੇ ਹਾਲਾਤ ਅਗਰ ਆਮ ਵਰਗੇ ਹੋ ਜਾਂਦੇ ਨੇ ਤਾਂ ਕੈਨੇਡਾ ਤੋਂ ਬਾਹਰ ਬੈਠੇ ਨੇ ਜਿਹੜੇ ਆਉਣ ਦੇ ਚਾਹਵਾਨ ਨੇ ਇੱਥੇ, ਉਹਨਾਂ ਦੇ ਲਈ ਜਿਹੜੇ ਹਾਲਾਤ ਨੇ ਉਹ ਸ਼ਾਇਦ ਸਥਿਰ ਹੋ ਸਕਦੇ ਨੇ। ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਲੂ ਓਸ਼ਨ ਇਮੀਗ੍ਰੇਸ਼ਨ ਤੋਂ ਰਾਜੀਵ ਰਾਮਪਾਲ ਜੀ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਰਾਜੀਵ ਜੀ ਤੁਹਾਡਾ। ਬਹੁਤ ਮਿਹਰਬਾਨੀ ਰਾਗਨੀ ਜੀ ਤੇ ਪੀਟੀਸੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਇੱਕ ਹੋਪਫੁਲ ਕੁਐਸਚਨ ਤੋਂ ਕਿ ਜਿਵੇਂ ਹਰ ਹਫਤੇ ਹੀ ਤਕਰੀਬਨ ਜਿਹੜੀ ਕੈਨੇਡਾ ਦੀ ਇਮੀਗ੍ਰੇਸ਼ਨ ਹੈ ਉਹਦੇ ਵੱਲੋਂ ਕੋਈ ਨਾ ਕੋਈ ਜਿਹੜੀ ਰਿਸਟ੍ਰਿਕਸ਼ਨ ਦੇ ਵਿੱਚ ਢਿੱਲ ਵੀ ਦਿੱਤੀ ਜਾ ਰਹੀ ਹੈ ਔਰ ਨਾਲ ਦੇ ਨਾਲ ਹੀ ਕਿਤੇ ਨਾ ਕਿਤੇ ਹੋਪ ਵੀ ਕੀਤੀ ਜਾ ਰਹੀ ਹੈ। ਬਾਰ-ਬਾਰ ਸਟੇਟਮੈਂਟਸ ਆ ਰਹੀਆਂ ਨੇ ਕਿ ਅਗਰ ਹਾਲਾਤ ਇਸ ਤਰੀਕੇ ਨਾਲ ਹੀ ਇੰਪਰੂਵ ਹੁੰਦੇ ਨੇ ਤੇ ਅੱਗੇ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਦੇ ਵਿੱਚ ਢਿੱਲ ਮਿਲ ਸਕਦੀ ਹੈ। ਕਰੰਟ ਅਪਡੇਟ ਕੀ ਹੈ ਰਾਗਨੀ ਜੀ? ਐਜ਼ ਯੂ ਸੈਡ ਕਿ ਹੋਪਫੁਲ ਸਾਰੇ ਜਿੰਨੇ ਵੀ ਇੱਥੇ ਨੇ ਸਪੈਸ਼ਲੀ ਇਨ ਕੈਨੇਡਾ, ਵੈਸੇ ਤਾਂ ਗਲੋਬਲੀ ਕਾਫੀ ਜਿਹੜੀ ਹੈ ਰਿਕਵਰੀ ਕਾਫੀ ਫਾਸਟ ਹੋ ਰਹੀ ਬਿਕੋਜ਼ ਐਵਰੀਵਨ ਇਜ਼ ਟਰਾਈਂਗ देयर बेस्ट टू गेट द ਵੈਕਸੀਨੇਸ਼ਨ ਡਨ। ਸੋ ਕੈਨੇਡਾ ਦੇ ਵਿੱਚ ਆਲਮੋਸਟ 80% ਆਫ ਦ ਕੈਨੇਡੀਅਨਸ ਹੈਵ ਗॉट देयर ਫਸਟ ਡੋਜ਼ ਐਂਡ ਕਲੋਜ਼ ਟੂ 44% ਜਿਹੜਾ ਵਾ ਸੈਕੰਡ ਡੋਜ਼ ਲੈ ਚੁੱਕੇ ਨੇ, ਠੀਕ ਹੈ ਨਾ ਜੀ। ਤਾਂ ਉਹਦੇ ਨਾਲ ਕੀ ਹੈ, ਨੰਬਰਸ ਹੈਵ ਗੋਨ ਡਾਊਨ ਐਂਡ ਜਿਹੜੇ ਓਵਰਸੀਜ਼ ਬੈਠੇ ਨੇ ਦੇ ਆਰ ਲੁਕਿੰਗ ਟੂ ਟਰੈਵਲ ਟੂ ਕੈਨੇਡਾ ਐਂਡ ਕੈਨੇਡਾ ਨੇ ਬੜੇ ਹੀ ਅੱਛੇ ਤਰੀਕੇ ਨਾਲ ਜਿਹੜਾ ਵਾ ਇੱਕ ਪ੍ਰੋਪਰ ਜਿਹੜਾ ਵਾ ਆਪਣਾ ਪਲਾਨ ਕਰਕੇ ਤੇ ਲੋਕਾਂ ਨੂੰ ਅਲਾਉ ਕਰ ਰਹੇ ਨੇ ਵੀ ਜਿਹੜੇ ਫੁੱਲੀ ਵੈਕਸੀਨੇਟਿਡ ਨੇ, ਸਪੈਸ਼ਲੀ ਕੈਨੇਡੀਅਨ ਐਜ਼ ਵੈਲ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਨੇ ਸਿਟੀਜ਼ਨ ਐਂਡ ਉਹਨਾਂ ਨੂੰ ਅਲਾਉ ਕਰ ਰਹੇ ਨੇ। ਜਿਹੜੇ ਵਿਜ਼ਟਰ ਵੀਜ਼ੇ ਵਾਲੇ ਨੇ ਜਿਨ੍ਹਾਂ ਦੀ ਫੈਮਲੀਜ਼ ਵਗੈਰਾ ਇੱਥੇ ਨੇ, ਸਿਬਲਿੰਗ ਨੇ, ਪੇਰੈਂਟਲ ਨੇ, ਤੇ ਜਸਟ ਹੈਵ ਟੂ ਗੈਟ ਐਨ ਅਪਰੂਵਲ to travel. So likewise we are hopeful कि सितंबर तक ਜਿਹੜੀਆਂ ਚੀਜ਼ਾਂ ਨਾਰਮਲ ਹੋ ਜਾਣਗੀਆਂ। ਔਰ ਹੈਵਿੰਗ ਸੈਡ ਦੈਟ ਜਿਹੜੀਆਂ ਪਿਛਲੇ ਸਾਲ ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰਸ ਜਾਂ ਵਿਜ਼ਟਰ ਵੀਜ਼ੇ ਦੀਆਂ ਈਵਨ ਫॉर ਪਰਮਾਨੈਂਟ ਐਪਲੀਕੇਸ਼ਨ ਵਾਸਤੇ ਵੀ ਅਪਲਾਈ ਕੀਤਾ, ਦੇ ਹੈਵ ਸਟਾਰਟਡ ਮੂਵਿੰਗ ਐਂਡ ਰਿਜ਼ਲਟਸ ਆਰ ਕਮਿੰਗ ਆਊਟ ਐਂਡ ਹੋਪਫੁਲੀ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ IRCC ਹੈ they will be able to catch up very soon and we'll see a lot of new immigrants as well as visitors coming to Canada and things will looking very very bright right now. ਜੀ ਅਸੀਂ ਗੱਲ ਕਰੀਏ ਵਿਜ਼ਿਟਰ ਵੀਜ਼ਾ ਦੀ, ਜਿਹੜੇ ਆਮ ਤੌਰ 'ਤੇ ਸਟੂਡੈਂਟ ਸੀਗੇ ਉਹਨਾਂ ਦੇ ਲਈ ਰਿਸਟ੍ਰਿਕਸ਼ਨਸ ਦੇ ਵਿੱਚ ਕਿਤੇ ਨਾ ਕਿਤੇ ਵਿੱਚ ਅਪਡੇਟਸ ਆ ਜਾਂਦੇ ਰਹੇ ਸੀ। ਸਭ ਤੋਂ ਜ਼ਿਆਦਾ ਜਿਹੜੀ ਕੈਟੇਗਰੀ ਵੇਟ ਕਰ ਰਹੀ ਹੈ ਐਕਸਪ੍ਰੈਸ ਐਂਟਰੀ ਹੈ ਔਰ ਇਹਦੇ ਨਾਲ ਹੀ ਜਿਹੜੇ ਵਿਜ਼ਿਟਰਸ ਨੇ, ਪੈਰੈਂਟਸ ਕਈਆਂ ਦੇ ਕਿਉਂਕਿ ਸੀਨੀਅਰਸ ਨੇ ਉੱਥੇ ਔਰ ਤਕਰੀਬਨ ਕੋਵਿਡ-19 ਦੇ ਡਿਊਰਿੰਗ ਹੀ ਇਹ ਗੱਲ ਜਿਹੜੀ ਹੈ ਇੱਥੇ ਜਿਹੜੇ ਰਹਿੰਦੇ ਸੀ, ਚਾਹੇ ਉਹਨਾਂ ਦੇ ਬੱਚੇ ਹੋਣੇ ਜਾਂ ਫੈਮਿਲੀ ਹੋਵੇ, ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਜਲਦ ਤੋਂ ਜਲਦ ਜਿਹੜਾ ਹੈ ਉਹਨਾਂ ਨੂੰ ਬੁਲਾਇਆ ਜਾਵੇ। ਪਹਿਲਾਂ ਅਸੀਂ ਗੱਲ ਕੀਤੀ ਸੀ ਅਰਾਊਂਡ ਆਪਣੇ ਫਸਟ ਐਪੀਸੋਡ ਦੇ ਅਰਾਊਂਡ ਕਿ ਜਿਹੜਾ ਟਾਈਮ ਹੈ, ਡਿਊਰੇਸ਼ਨ ਹੈ ਜਿਹੜੀ ਵਿਜ਼ਿਟਰ ਵੀਜ਼ਾ ਦੀ ਹੈ ਜਾਂ ਜੇ ਆਪਾਂ ਸੁਪਰ ਵੀਜ਼ਾ ਦੀ ਵੀ ਗੱਲ ਕਰੀਏ, ਕਾਫੀ ਜਿਹੜੀ ਹੈ ਉਹ ਲੰਬੀ ਚੱਲ ਰਹੀ ਹੈ। ਜਿਵੇਂ ਤੁਸੀਂ ਦੱਸਿਆ ਕਿ ਫਾਈਲਸ ਮੂਵ ਹੋ ਰਹੀਆਂ ਨੇ, ਕੀ ਉਮੀਦ ਹੈ ਕਿ ਇਹ ਡਿਊਰੇਸ਼ਨ 'ਚ ਵੀ ਕਿਤੇ ਨਾ ਕਿਤੇ ਕੋਈ ਫਰਕ ਪਏਗਾ ਜਾਂ ਪਿਆ ਹੈ ਆਲਰੇਡੀ? ਡੈਫੀਨੇਟਲੀ, ਬਿਕੋਜ਼ ਜਦੋਂ ਤੁਸੀਂ ਕੰਮ ਕਰਨ ਲੱਗ ਪਏ ਹੋ ਤਾਂ ਤੁਸੀਂ ਐਪਲੀਕੇਸ਼ਨ ਪ੍ਰੋਸੈਸਿੰਗ ਸ਼ੁਰੂ ਹੋ ਜਾਣਗੀਆਂ। ਡੈਫੀਨੇਟਲੀ ਨੰਬਰ ਆਫ ਡੇਜ਼ ਪ੍ਰੋਸੈਸਿੰਗ ਨੰਬਰ ਆਫ ਡੇਜ਼ ਵਿਲ ਬੀ ਰਿਡਿਊਸ, ਕਿਉਂਕਿ ਇਹ ਤਾਂ ਸਾਰਿਆਂ ਨੂੰ ਪਤਾ ਵੀ ਲੋਕੀ ਘਰੋਂ ਕੰਮ ਕਰ ਰਹੇ ਸੀਗੇ। ਸੋ ਥੋੜ੍ਹੇ ਜਿਹੇ ਘਰੇ ਬੈਠਣ ਨਾਲ ਲਿਮਿਟੇਸ਼ਨਸ ਵੀ ਆ, ਪਲੱਸ ਸੇਫਟੀ ਐਂਡ ਸਿਕਿਉਰਿਟੀ ਇਜ਼ ਦ ਰੀਜ਼ਨ। ਅੱਜ ਦੀ ਡੇਟ 'ਚ ਗੌਰਮੈਂਟ ਆਫ ਕੈਨੇਡਾ ਵੀ ਜਿਹੜੀ ਹੈ ਵਿਜ਼ਟਰ ਵੀਜ਼ਾ ਅਲਾਉ ਕਰ ਰਹੇ ਨੇ only under certain exemption and you have to apply and take a permission from them। ਔਰ ਉਹ ਨੰਬਰ ਆਫ ਜਿਹੜਾ ਜਿੱਦਾਂ ਤੁਸੀਂ ਕਿਹਾ ਵਾ ਇਟਸ ਗੋਇੰਗ ਟੂ ਬੀ ਰਿਡਿਊਸਡ। ਅੱਗੇ ਤਾਂ 5 ਦਿਨਾਂ ਤੋਂ ਲੈ ਕੇ 5 ਵੀਕ ਦੇ ਵਿੱਚ ਜਿਹੜਾ 5 ਵੀਕਸ ਦੇ ਵਿੱਚ ਰਿਜ਼ਲਟ ਮਿਲ ਜਾਂਦੇ ਸੀ। ਸੁਪਰ ਵੀਜ਼ੇ ਨੂੰ 60 ਡੇਜ਼ ਦੇ ਲਾਗੇ ਚਾਗੇ ਲੱਗਦੇ ਸੀ ਬਿਕੋਜ਼ ਦੇयर ਵਾਸ ਅ ਮੈਂਡੇਟਰੀ ਐਸਪੈਕਟ ਆਫ ਮੈਡੀਕਲ ਟੂ ਬੀ ਡਨ, ਉੱਥੇ ਟਾਈਮ ਲੱਗਦਾ ਸੀ। ਅਦਰ ਦੈਨ ਦੈਟ ਵਿਜ਼ਟਰ ਵੀਜ਼ਾ ਤਾਂ 5 ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਲੈਸ ਦੈਨ 5 ਡੇਜ਼ ਵੀ ਆਪਣਾ ਅਪਰੂਵਲ ਆ ਜਾਂਦੀ ਸੀਗੀ ਵੀ ਠੀਕ ਹੈ ਜੀ, ਰਿਜ਼ਲਟ ਆ ਜਾਂਦੇ ਸੀਗੇ, ਠੀਕ ਹੈ ਨਾ ਜੀ। ਸੋ ਇਹ ਸਾਰਾ ਜਿਹੜਾ ਬੈਕਲੌਗ ਆ, ਜਦੋਂ ਹੁਣ ਸਾਰੀ ਇਕਨੋਮੀ ਖੁੱਲ੍ਹੇਗੀ, everyone will start working full time and more staff will be there to look into it and number of days will be reduced.
ਜੀ ਇਹਦੇ ਨਾਲ ਅਸੀਂ ਗੱਲ ਕਰੀਏ ਜਿਵੇਂ ਜੁਲਾਈ 5 ਕੱਲ੍ਹ ਦਾ ਦਿਨ ਸੀਗਾ ਉਦੋਂ ਤੋਂ ਜਿਹੜੀਆਂ ਫਲਾਈਟਸ ਆ ਉਹਨਾਂ ਦੀ ਔਰ ਕੁਆਰੰਟਾਈਨ ਜਿਹੜਾ ਆ ਉਹਦਾ ਇਦਾਂ ਦੀ ਜਿਹੜੀਆਂ ਇੰਪੋਰਟੈਂਟ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਉਹਨਾਂ ਦੇ ਵਿੱਚ ਕਾਫੀ ਜਿਹੜਾ ਫੇਰ ਬਦਲ ਕੀਤਾ ਗਿਆ ਹੈ। ਇਹਦੇ ਵਿੱਚ ਇੱਕ ਜਿਹੜੀ ਕਨਫਿਊਜ਼ਨ ਬਣੀ ਹੋਈ ਹੈ ਉਹ ਇਹ ਹੈ ਕਿ ਫੁੱਲੀ ਵੈਕਸੀਨੇਟਡ ਹੋਣਾ ਜ਼ਰੂਰੀ ਹੈ ਜਾਂ ਸਿਰਫ ਕੁਆਰੰਟਾਈਨ ਤੋਂ ਬਚਣ ਲਈ ਤੁਹਾਨੂੰ ਫੁੱਲੀ ਵੈਕਸੀਨੇਟਡ ਹੋਣਾ ਚਾਹੀਦਾ? ਫੁੱਲੀ ਵੈਕਸੀਨੇਸ਼ਨ ਜਿਹੜੀ ਫੁੱਲੀ ਵੈਕਸੀਨੇਟਡ ਹੋਣਾ ਬਹੁਤ ਜ਼ਰੂਰੀ ਹੈ। over and above you still have to have a quarantine plan ਹੋਣਾ ਜ਼ਰੂਰੀ ਹੈ। ਔਰ ਕੈਨੇਡੀਅਨ ਗਵਰਨਮੈਂਟ ਜਿਹੜੀ ਆ they have recommended only 4 vaccines ਜਿਹਦੇ ਲਈ ਜਿਨ੍ਹਾਂ 'ਚ ਇੱਕ ਫਾਈਜ਼ਰ ਦੀ ਹੈ, ਮੋਡਰਨਾ ਵਨ, then we have AstraZeneca, then the 4th one is I think Johnson and Johnson company ਦੀ ਹੈ। so these are recognized in Canada। so ਨਹੀਂ ਤੇ ਤੁਹਾਨੂੰ ਜਿਹੜਾ ਵਾ ਮੁਸ਼ਕਿਲ ਹੋਏਗੀ। ਔਰ ਐਟ ਦ ਸੇਮ ਟਾਈਮ ਜਦੋਂ ਤੁਸੀਂ ਲੈਂਡ ਕਰਨਾ ਵਾ ਜਾਂ ਆਉਣਾ ਵਾ ਯੂ ਸ਼ੁੱਡ ਮੇਕ ਅ ਪ੍ਰਾਇਰ ਅਪਾਇੰਟਮੈਂਟ ਵਿਚ ਮੀਨਸ ਯੂ ਨੀਡ ਟੂ ਰਜਿਸਟਰਡ ਐਟ ਦ ਏਅਰਪੋਰਟ ਕਿ ਮੈਂ ਮਤਲਬ ਟੈਸਟ ਕਰਾਉਣਾ। ਉਹਦੇ 'ਚ ਕੀ ਹੈ ਵੀ ਇਟ ਸੇਵਸ ਟਾਈਮ। ਨਹੀਂ ਤਾਂ ਤੁਸੀਂ ਜਦੋਂ ਇੱਥੇ ਲੈਂਡ ਕਰੋਗੇ ਦੈਨ ਯੂਲ ਹੈਵ ਟੂ ਵੇਟ ਐਂਡ ਮੇਕ ਅਪਾਇੰਟਮੈਂਟ ਐਂਡ ਰਜਿਸਟਰ, ਫਿਰ ਉਹ ਜਿਹੜਾ ਲੋਕਲ ਵੇਟਿੰਗ ਟਾਈਮ ਤੁਹਾਡਾ ਵੱਧ ਜਾਏਗਾ। ਸੋ ਉਹ ਬਹੁਤ ਜ਼ਰੂਰੀ ਹੈ। ਐਂਡ ਐਜ਼ ਵੀ ਆਈ ਥਿੰਕ ਵੀ ਡਿਡ ਡਿਸਕਸ ਲਾਸਟ ਟਾਈਮ ਆਲਸੋ ਵੀ ਤੁਹਾਨੂੰ 8 ਦਿਨਾਂ ਤੱਕ ਜੇ ਉਹਨਾਂ ਨੂੰ ਲੱਗੇ ਵੀ ਕੋਈ ਪ੍ਰੋਬਲਮ ਹੈ ਟੈਸਟ ਤੋਂ ਬਾਅਦ ਦੈਨ ਦੇ ਵਿਲ ਕੰਟੈਕਟ ਯੂ, ਅਦਰਵਾਈਜ਼ ਦੇ ਵਿਲ ਲੈਟ ਯੂ ਗੋ। ਜੀ, ਜਿਵੇਂ ਤੁਸੀਂ ਇਹ ਬੜੇ ਇੰਪੋਰਟੈਂਟ ਪੁਆਇੰਟ ਡਿਸਕਸ ਕੀਤਾ ਹੈ ਕਿ ਆਉਣ ਤੋਂ ਪਹਿਲਾਂ ਜਿਹੜਾ ਹੈ ਤੁਹਾਨੂੰ ਦੱਸ ਦੇਣਾ ਚਾਹੀਦਾ ਜਾਂ ਅਪਾਇੰਟਮੈਂਟ ਲੈ ਲੈਣੀ ਚਾਹੀਦੀ ਹੈ ਟੈਸਟ ਦੀ। ਇਹ ਅਸੀਂ ਇੱਥੇ ਕਿਸ ਟੈਸਟ ਦੀ ਗੱਲ ਕਰ ਰਹੇ ਹਾਂ? ਇਹ ਲੈਂਡ ਕਰਨ ਤੋਂ ਬਾਅਦ 에ਅਰਪੋਰਟ ਦਾ ਟੈਸਟ ਦੀ ਗੱਲ ਕਰ ਰਹੇ ਹਾਂ? ਐਬਸੋਲੂਟਲੀ ਜੀ, ਲੈਂਡ ਕਰਨ ਤੋਂ ਬਾਅਦ ਜਿਹੜਾ ਇੱਥੇ ਬਾਰਡਰ ਤੇ ਆਪਣੇ ਜਿੱਥੇ 에ਅਰਪੋਰਟ ਤੇ ਉਹਨਾਂ ਨੇ ਜਦੋਂ ਵੀ, ਕਿਉਂਕਿ ਕੋਵਿਡ ਐਂਟਰੀ ਕਰਨ ਤੇ ਤੁਹਾਡੇ ਟੈਸਟ ਹੋਣਗੇ, ਬਿਕੋਜ਼ we have seen a lot of cases have come ਕਿ ਜਿੱਥੇ fraudulent documents ਵੀ ਲੋਕਾਂ ਨੇ ਕੋਵਿਡ ਦੇ ਲੈ ਕੇ ਆਏ ਨੇ। ਸੋ ਦੇ ਵਿਲ ਮੇਕ ਸ਼ੋਰ ਕਿ ਇਹ ਜਿਹੜੇ ਟੈਸਟ ਕਰਨਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਡਾਕੂਮੈਂਟਸ ਜੈਨੂਇਨ ਹੈ ਕਿ ਨਹੀਂ ਹੈ। ਜੀ, ਜੇ ਉਹਨਾਂ ਨੇ ਰਜਿਸਟਰ ਕਰਵਾਉਣਾ ਹੈ ਤਾਂ ਕਿਹੜੀ ਜਿਹੜੀ ਵੈਬਸਾਈਟ ਹੈ ਜਾਂ ਕਿਹੜੇ ਰਿਸੋਰਸਿਸ ਉਹਨਾਂ ਕੋਲ ਅਵੇਲੇਬਲ ਨੇ? ਹਾਂ, ਦਿਸ ਅ ਵੈਬਸਾਈਟ ਯੂ ਹੈਵ ਟੂ ਗੋ ਟੂ IRCC ਐਂਡ ਦੈਨ ਯੂ ਹੈਵ ਟੂ ਗੋ ਦੇਅਰ ਐਂਡ ਰਜਿਸਟਰਡ ਅੰਡਰ ਦ ਕੋਵਿਡ ਸੈਕਸ਼ਨ। ਜੀ, ਇਹਦੇ ਨਾਲ ਇੱਕ ਜਿਹੜੀ ਹੋਰ ਕਨਫਿਊਜ਼ਨ ਹੈ ਕਿਉਂਕਿ ਅਲੱਗ-ਅਲੱਗ ਕੰਟਰੀਜ਼ ਦੀ ਵੈਕਸੀਨੇਸ਼ਨ ਦੀ ਜਿਹੜੀ ਰੇਟ ਵੀ ਅਲੱਗ-ਅਲੱਗ ਹੈ ਔਰ ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਵੀ ਡਿਫਰੈਂਟ ਹੈ। ਜੇ ਅਸੀਂ ਮਿਸਾਲ ਦੇ ਤੌਰ ਤੇ ਇੰਡੀਆ ਦੀ ਗੱਲ ਕਰੀਏ ਤੇ ਉੱਥੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਦੀ ਨਾ ਕਦੀ ਕੋਈ ਗਲਤੀ ਕਹਿ ਲਓ ਐਪ 'ਚ ਨਿਕਲ ਆਉਂਦੀ ਹੈ ਜਾਂ ਨਾਮ 'ਚ ਨਿਕਲ ਆਉਂਦੀ ਹੈ। ਉੱਥੇ ਕਈਆਂ ਨੂੰ ਇਹ ਮੁਸ਼ਕਿਲ ਦਰਪੇਸ਼ ਆ ਰਹੀ ਹੈ ਕਿ ਜਦੋਂ ਵੈਕਸੀਨੇਸ਼ਨ ਦੋਵੇਂ ਹੋ ਜਾਂਦੀਆਂ ਨੇ ਤਾਂ ਕਈ ਵਾਰੀ ਉਹਨਾਂ ਨੂੰ ਜਿਹੜਾ ਨੋਟੀਫਿਕੇਸ਼ਨ ਹੈ ਜਾਂ ਜਿਹੜੇ ਉਹਨਾਂ ਨੂੰ ਪੇਪਰ ਦਿੱਤਾ ਜਾਂਦਾ ਹੈ ਉਹਦੇ ਉੱਤੇ ਫਸਟ ਵੈਕਸੀਨੇਸ਼ਨ ਜਾਂ ਡੇਟ ਵੈਕਸੀਨੇਸ਼ਨ ਦੀ ਗਲਤ ਲਿਖਤੀ ਜਾਂ ਉਹਨਾਂ ਦਾ ਨਾਮ ਗਲਤ ਲਿਖ ਦਿੱਤਾ ਔਰ ਉਹ ਪਾਸਪੋਰਟ ਦੇ ਨਾਲ ਮੈਚ ਨਹੀਂ ਕਰਦਾ। ਉਹ ਕਿਸ ਤਰ੍ਹਾਂ ਜਸਟੀਫਾਈ ਕਰਨ ਆਪਣੇ ਆਪ ਨੂੰ ਇੱਥੇ ਪਹੁੰਚ ਕੇ ਕਿ ਉਹ ਫੁੱਲੀ ਵੈਕਸੀਨੇਟਡ ਨੇ ਪਰ ਗਵਰਨਮੈਂਟ ਦੀ ਮਿਸਟੇਕ ਹੈ? ਗਵਰਨਮੈਂਟ ਦੀ ਮਿਸਟੇਕ ਹੈ ਜਾਂ ਇਸੇ ਕਹੀਏ ਵੀ ਉੱਥੋਂ ਦੇ ਲੋਕਲ ਸਟਾਫ ਦੀ ਮਿਸਟੇਕ, ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਵੀ ਲੋਕਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਵਟ ਨੇਮ ਦੇ ਹੈਵ ਟੂ ਸ਼ੋ, ਕਿਉਂਕਿ ਲੋਕਾਂ ਦੇ ਜਿਹੜੇ ਲੀਗਲ ਡਾਕੂਮੈਂਟ ਪਾਸਪੋਰਟ ਤੇ ਨਾਂ ਜਿਹੜੇ ਨੇ ਉਹ ਹੋਰ ਹੁੰਦਾ ਵਾ ਤੇ ਅਦਰਵਾਈਜ਼ ਉਹਨਾਂ ਨੂੰ ਡਿਫਰੈਂਟ ਨੇਮ ਨਾਲ ਬੁਲਾਇਆ। ਕਈਆਂ ਦੇ ਲਾਸਟ ਨੇਮ ਪਾਸਪੋਰਟ ਤੇ ਹੁੰਦੇ ਨਹੀਂ ਬਟ ਦੇ ਆਰ ਨੋਨ ਬਾਈ ਦੇਅਰ ਲਾਸਟ ਨੇਮ ਐਜ਼ ਵੈਲ। ਸੋ ਪਹਿਲੀ ਗੱਲ ਤਾਂ ਇਹ ਦੇ ਸ਼ੁੱਡ ਮੇਕ ਸ਼ੋਰ ਕਿ ਅਗਰ ਉਹਨਾਂ ਨੇ ਫੋਰਨ ਟਰੈਵਲ ਕਰਨਾ ਵਾ ਉਹ ਨਾਮ ਜਿਹੜੇ ਉਹਨਾਂ ਦੇ ਨਾਂ ਨੇ ਉਹ ਮੈਚ ਕਰਨੇ ਬਹੁਤ ਜ਼ਰੂਰੀ ਨੇ। ਸੋ ਅਗਰ ਨਹੀਂ ਹੈ ਤਾਂ ਫਿਰ ਉਹ ਦਿੱਕਤ ਆਉਂਦੀ ਹੈ ਐਂਡ ਇਟ ਇਜ਼ ਅ ਲਿਟਲ ਡਿਫਿਕਲਟ ਟੂ ਫਿਕਸ ਇਟ ਬਟ ਆਲ ਸੈਡ ਐਂਡ ਡਨ, ਕਿਉਂਕਿ ਜਿਹੜੀਆਂ ਇੰਡੀਆ ਦੇ ਵਿੱਚ ਆਪਾਂ ਇੰਡੀਆ ਦੇ ਨਾਲ ਹੀ ਲਈਏ ਤੇ ਉੱਥੇ ਆਧਾਰ ਤੇ ਪੈਨ ਕਾਰਡ ਨਾਲ ਤੁਹਾਡੀਆਂ ਚੀਜ਼ਾਂ ਰਿਲੇਟ ਕਰਦੀਆਂ। ਸੋ ਦੋਜ਼ ਥਿੰਗਸ ਯੂ ਹੈਵ ਟੂ ਐਕਸਪਲੇਨ ਟੂ ਦਾ ਆਫਿਸਰ ਐਟ ਦਾ ਏਅਰਪੋਰਟ ਕਿ ਵੀ ਆਈ ਐਮ ਦਾ ਸੇਮ ਇੰਡੀਵਿਜੂਅਲ, ਬਿਕੋਜ਼ ਉੱਥੇ ਤੁਸੀਂ ਐਪ ਤੁਹਾਡੇ ਫੋਨ ਤੇ ਆਉਂਦੀ ਹੈ, ਤੁਸੀਂ ਸਰਟੀਫਿਕੇਟ ਜਿਹੜਾ ਡਾਊਨਲੋਡ ਕਰ ਲੈਂਦੇ ਦੈਨ ਯੂ ਨੀਡ ਟੂ ਸ਼ੋ ਦੈਮ ਕਿ ਭਾਈ ਆਈ ਐਮ ਦਾ ਰਾਈਟ ਪਰਸਨ ਜਿਹਨੇ ਵੈਕਸੀਨੇਸ਼ਨ ਲਿੱਤੀ ਐਂਡ ਇਟ ਡਿਪੈਂਡਸ ਅਪਨ ਦਾ ਡਿਸਕ੍ਰਿਸ਼ਨ ਆਫ ਦਾ ਆਫਿਸਰ ਐਜ਼ ਵੈਲ। ਜੀ, ਗੱਲਾਂ ਜੇ ਹੋਰ ਵੀ ਨੇ ਇਸੇ ਟੌਪਿਕ ਤੇ ਗੱਲਬਾਤ ਜਾਰੀ ਰੱਖਾਂਗੇ। ਪਹਿਲਾਂ ਰੁਕਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਤੁਸੀਂ ਦੇਖਦੇ ਰਹੋ ਦਾ ਇਮੀਗ੍ਰੇਸ਼ਨ ਸ਼ੋ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਤੇ ਗੱਲ ਚੱਲ ਰਹੀ ਹੈ ਕੈਨੇਡੀਅਨ ਇਮੀਗ੍ਰੇਸ਼ਨ ਵੱਲੋਂ ਟਰੈਵਲ ਰਿਸਟ੍ਰਿਕਸ਼ਨਸ ਤੇ ਦਿੱਤੀ ਜਾ ਰਹੀ ਢਿੱਲ ਬਾਰੇ ਤੇ ਉਹਦੇ ਨਾਲ ਹੋਰ ਕਿਹੜੀਆਂ ਜਿਹੜੀਆਂ ਤਬਦੀਲੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਜੀ ਰਾਜੀਵ ਜੀ, ਅਸੀਂ ਐਕਸਪ੍ਰੈਸ ਐਂਟਰੀ ਦੀ ਗੱਲ ਕਰ ਰਹੇ ਸੀ ਕਿ ਜਿਹੜੇ ਕੈਨੇਡਾ ਤੋਂ ਬਾਹਰ ਬੈਠੇ ਨੇ
ਉਹਨਾਂ ਵੱਲੋਂ ਕਿਤੇ ਨਾ ਕਿਤੇ ਵੇਟ ਵੀ ਕੀਤੀ ਜਾ ਰਹੀ ਹੈ। ਪੁਆਇੰਟ ਸਿਸਟਮ ਦੀ ਅਸੀਂ ਗੱਲ ਕੀਤੀ ਕਿ ਸ਼ੁਰੂਆਤੀ ਦੌਰ ਦੇ ਵਿੱਚ, ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਡਰਾ ਨਿਕਲੇਗਾ, ਉਮੀਦ ਨਹੀਂ ਕੀਤੀ ਜਾ ਸਕਦੀ ਕਿ ਪੁਆਇੰਟਸ ਬਹੁਤ ਜ਼ਿਆਦਾ ਡਿੱਗਣਗੇ, ਬਸ਼ਰਤੇ ਫਾਈਲਸ ਜ਼ਿਆਦਾ ਚੁੱਕੀਆਂ ਜਾਣ। ਇਹਦੇ ਨਾਲ ਜੇ ਅਸੀਂ ਗੱਲ ਕਰੀਏ ਫੰਡਸ ਦੀ, ਤੇ ਕੀ ਫੰਡਸ ਜਾਂ ਮੈਡੀਕਲ ਜਾਂ ਕਿਸੇ ਹੋਰ ਚੀਜ਼ ਨੂੰ ਲੈ ਕੇ ਐਕਸਪ੍ਰੈਸ ਐਂਟਰੀ ਦੇ ਕੋਈ ਬਦਲਾਅ ਆਇਆ ਹੈ, ਕੋਈ ਜਿਹੜਾ ਮੇਜਰ ਹੈ ਜਾਂ ਜਿਹਦਾ ਧਿਆਨ ਰੱਖਣ ਦੀ ਜ਼ਰੂਰਤ ਹੈ? ਰਗਨੀ ਜੀ, ਐਕਸਪ੍ਰੈਸ ਐਂਟਰੀ 'ਚ ਜਿਹੜੇ ਓਵਰਸੀਜ਼ ਕੈਂਡੀਡੇਟਸ ਨੇ ਜਾਂ ਇਨਲੈਂਡ ਵੀ ਨੇ, ਸਭ ਤੋਂ ਇੰਪੋਰਟੈਂਟ ਆ ਜਿਹੜਾ ਇਮੀਡੀਏਟ ਹੈ ਵੀ ਤੁਹਾਨੂੰ ਬਾਈ ਦਾ ਮਿਡ ਆਫ ਦਿਸ ਮੰਥ, ਆਈ ਥਿੰਕ 15 ਜੁਲਾਈ ਆ, ਤੁਹਾਨੂੰ ਫੰਡਸ ਦੇ ਵਿੱਚ, ਪ੍ਰੂਫ ਆਫ ਫੰਡਸ ਦੇ ਵਿੱਚ ਚੇਂਜਸ ਆਈਆਂ, ਠੀਕ ਹੈ। ਉਹਦੇ ਵਿੱਚ ਤੁਹਾਨੂੰ ਜਿਹੜਾ ਵਾ ਬਈ ਯੂ ਹੈਵ ਟੂ ਅਪਡੇਟ ਦੈਟ ਨੰਬਰ। ਸੋ ਇੱਕ ਤਾਂ ਉਹ ਇੰਪੋਰਟੈਂਟ ਆਸਪੈਕਟ ਹੈ, ਠੀਕ ਹੈ। ਦੂਜੀ ਜਿਹੜੀ ਤੁਸੀਂ ਕਹਿ ਰਹੇ ਆ ਵੀ ਆਪਣਾ ਓਵਰਸੀਜ਼ ਵਾਲਿਆਂ ਦੇ ਨਾਲ, ਉਹਨਾਂ ਨਾਲ ਇੰਨਾ ਐਕਸਪ੍ਰੈਸ ਉੱਦਾਂ ਕੋਈ ਲੰਬਾ ਚੌੜਾ ਫਰਕ ਨਹੀਂ, ਬਟ ਜਿਹੜੇ ਵਿਦਨ ਕੈਨੇਡਾ ਨੇ, ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ 'ਚ ਅਪਲਾਈ ਕੀਤਾ ਜਾਂ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕੀਤਾ, ਜਿਨ੍ਹਾਂ ਨੂੰ 6 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ, ਦੇ ਆਰ ਬੀਇੰਗ ਐਗਜ਼ੈਂਪਟ ਫਰੋਮ ਮੈਡੀਕਲ ਫॉर द ਟਾਈਮ ਬੀਇੰਗ, ਠੀਕ ਹੈ। ਜਿਹੜੇ 5-5 ਸਾਲ ਪੁਰਾਣੇ ਵੀ ਬੈਠੇ ਨੇ ਇੱਥੇ, ਅਗਰ ਉਹਨਾਂ ਦਾ ਮੈਡੀਕਲ ਕਿਸੇ ਟਾਈਮ ਹੋਇਆ ਦਾ ਵਾ, ਗਵਰਨਮੈਂਟ ਕੋਲ ਰੈਕਡ ਹੈਗਾ, they are also exempt from medical immediately, proof of medical, provided they are not threat to the safety and security of the Canadian public. So ਇੱਦਾਂ ਦੀਆਂ ਕੁਝ ਚੇਂਜਸ ਆਈਆਂ ਨੇ। ਐਜ਼ ਸੱਚ ਜਿਹੜਾ ਫੰਡਸ ਦਾ ਵੀ ਜੇ ਤੁਸੀਂ ਕਹ ਲਓ ਤੇ ਇਟਸ ਨਾਟ ਅ ਮੇਜਰ, ਬਟ yes, and I would say $700-800 for individual ਜਿਹੜਾ ਪੁਰਾਣਾ ਟੇਬਲ ਸੀ ਉਹਦੇ 'ਚ ਐਡ ਆਨ ਹੋਏ ਪਰ ਪਰਸਨ। ਜੀ, ਇਹਦੇ ਨਾਲ ਜਿਹੜਾ ਇੱਕ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਸੀ, ਜਿਹਨੇ ਕਾਫੀ ਸਟੂਡੈਂਟਸ ਨੂੰ ਇੱਕ ਹੋਪ ਦਿੱਤੀ ਸੀਗੀ ਕਿ ਉਹਨਾਂ ਦੀ ਜਿਹੜੀ ਪੀਆਰ ਦੀ ਜਰਨੀ ਹੈ ਇੱਥੇ ਕਾਫੀ ਈਜ਼ੀ ਕੀਤੀ ਗਈ ਸੀ, ਉਹ ਟੀਆਰ ਟੂ ਪੀਆਰ ਦੀ ਸੀਗੀ। ਪਰ ਉਹਦੇ 'ਚ ਕਿਤੇ ਨਾ ਕਿਤੇ ਕਈਆਂ ਕੋਲ ਆਇਲਸ ਦੇ ਸਕੋਰ ਨਹੀਂ ਸੀ, ਕਈਆਂ ਕੋਲ ਡਾਕੂਮੈਂਟੇਸ਼ਨ ਸੀਗੀ, ਪਰ ਕਾਹਲੀ ਬਹੁਤ ਸੀ, ਵਿੰਡੋ ਨਾ ਕਲੋਜ਼ ਹੋ ਜੇ। ਇਸ ਸਾਰੇ ਚੱਕਰ ਦੇ ਵਿੱਚ ਕਈਆਂ ਨੇ ਪ੍ਰੋਫੈਸ਼ਨਲ ਹੈਲਪ ਵੀ ਨਹੀਂ ਲਈ ਔਰ ਆਪ ਕੋਸ਼ਿਸ਼ ਕੀਤੀ ਹੈ ਫਾਈਲ ਲਗਾਉਣ ਦੀ। ਚਾਹੇ ਕਾਰਨ ਕੋਈ ਵੀ ਹੋਵੇ, ਮਿਸਟੇਕਸ ਜਿਨ੍ਹਾਂ ਦੇ ਕੋਲ ਹੋਈਆਂ ਨੇ ਉਹ ਇਸ ਟਾਈਮ ਕਾਫੀ ਕਨਫਿਊਜ਼ਨ ਦੇ ਵਿੱਚ ਨੇ ਕਿ ਉਹਨਾਂ ਨੂੰ ਫਾਈਲ ਵਿਦਡਰਾ ਕਰਾਉਣੀ ਪਏਗੀ ਜਾਂ ਕੋਈ ਇਹੋ ਜਿਹਾ ਜਿਹੜਾ ਸੋਲਿਊਸ਼ਨ ਹੈ ਕਿ ਵੀ ਉਹ ਜਿਹੜੀ ਆਪਣੀ ਮਿਸਟੇਕ ਹੈ ਉਹਨੂੰ ਕਰੈਕਟ ਕਰ ਸਕਦੇ ਨੇ। ਰਗਨੀ ਜੀ, ਜਿਹੜੀ ਤੁਸੀਂ ਇਹ ਗੱਲ ਦੱਸ ਰਹੇ ਹੋ ਵੀ ਟੀਅਰ ਟੂ ਪੀਅਰ ਵਾਲੀ, ਵੀ ਆਲਸੋ ਰਿਸੀਵਡ ਅ ਲੋਟ ਆਫ ਕਾਲਸ ਜਿਨ੍ਹਾਂ ਨੇ ਸਟੂਡੈਂਟਸ ਨੇ ਮਿਸਟੇਕਸ ਕੀਤੀਆਂ ਹੈ ਨਾ। ਸੋ ਕਈਆਂ ਨੇ, ਆਈ ਮੀਨ ਲੋਟ ਆਫ ਪੀਪਲ ਵੀ ਨੋ ਪ੍ਰੈਕਟੀਕਲੀ ਕਿ ਲੋਕੀ ਕੈਸ਼ ਤੇ ਵੀ ਕੰਮ ਕਰਦੇ ਨੇ ਨਾ। ਸੋ ਦੇ ਹੈਵ added that information, but they technically they don't have proof of that. Likewise ਉਹਨਾਂ ਨੂੰ ਕਈ ਚੀਜ਼ਾਂ ਨਹੀਂ ਪਤਾ ਸਟੂਡੈਂਟਸ ਨੂੰ, because it's not their profession. So ਉਹ ਉਹਨਾਂ ਨੇ ਗਲਤੀਆਂ ਕੀਤੀਆਂ, if they have messed up, ਕਈਆਂ ਨੇ misrepresentation ਕੀਤੀ because they don't know what the information they provided when they came to Canada on a student visa. ਕਈਆਂ ਨੇ ਉੱਥੇ ਮਤਲਬ ਜੌਬ ਕੀਤੀ ਹੈ ਜਾਂ ਨਹੀਂ ਕੀਤੀ, so they have no clue. ਜੇ ਉਹਨਾਂ ਨੇ ਇਦਾਂ ਦੇ ਕੋਈ ਆਪਣਾ ਸਟੈਪ ਲਏ ਹੋਏ ਨੇ, ਸੋ ਐਂਡ ਦੇ ਆਰ ਨਾਟ ਸ਼ੋਰ ਕਿ ਵਟ ਇਜ਼ ਕਰੈਕਟ ਇਨਫੋਰਮੇਸ਼ਨ, ਐਡਵਾਈਜ਼ ਇਹ ਆ ਵੀ ਦੇ ਸ਼ੁੱਡ ਵਿਦਡਰਾ ਦੇਅਰ ਫਾਈਲ ਐਂਡ ਰੀਸਬਮਿਟ ਇਟ ਔਨ ਇਨ ਅ ਪ੍ਰੋਪਰ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅੰਟਿਲ ਐਂਡ ਅਨਲੈਸ ਕੈਨੇਡੀਅਨ ਗਵਰਨਮੈਂਟ ਦੁਆਰਾ ਕੋਈ ਇੱਕ ਅੱਧਾ ਹੋਰ ਚਾਂਸ ਦੇਵੇ। ਜੀ, ਇਹਦੇ ਨਾਲ ਹੀ ਇੱਕ ਜਿਹੜਾ ਬਹੁਤ ਅਹਿਮ ਮੁੱਦਾ ਵੈਸੇ ਕੈਨੇਡਾ ਦੇ ਵਿੱਚ ਵੀ ਰਿਹਾ ਹੈ ਪਰ ਹੁਣ ਕਾਫੀ ਚਰਚਾ ਦੇ ਵਿੱਚ ਹੈ। ਪਹਿਲਾਂ ਸਾਡੀ ਸ਼ਿਕਾਇਤ ਹਮੇਸ਼ਾ ਕੈਨੇਡੀਅਨ ਇਮੀਗ੍ਰੇਸ਼ਨ ਤੋਂ ਇਹ ਰਹੀ ਹੈ ਕਿ ਸਪਾਊਸਲ ਜਿਹੜੇ ਵੀਜ਼ਾ ਨੇ ਉਹਨਾਂ ਨੂੰ ਜਿਹੜਾ ਅਪਰੂਵਲ ਹੈ ਉਹ ਲੇਟ ਮਿਲ ਰਿਹਾ ਹੈ। ਜੇ ਮਿਲ ਰਿਹਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਕਹਿ ਲਓ ਐਂਡ ਜੇ ਤੇ ਜਿਹੜਾ ਵੀਜ਼ਾ ਹੈ ਉਹੀ ਨਹੀਂ ਆ ਰਿਹਾ, ਆਉਣ ਨਹੀਂ ਦਿੱਤਾ ਜਾ ਰਿਹਾ ਔਰ ਕਾਫੀ ਜਿਹੜੇ ਟਾਈਮ ਹੋ ਗਿਆ ਮੈਰਿਡ ਕਪਲਸ ਨੂੰ ਵੱਖਰੇ ਰਹਿੰਦੇ ਆ। ਇਸ ਚੱਕਰ ਦੇ ਵਿੱਚ ਇੱਕ ਹੋਰ ਨਿਊਜ਼ ਜਿਹੜੀ ਇੰਡੀਆ ਤੋਂ ਆਉਂਦੀ ਹੈ ਜਿਹਦੇ 'ਚ ਧੋਖਾਧੜੀ ਦੇ ਕੇਸਿਸ ਜਿਹੜੇ ਨੇ ਉਹ ਕਹੇ ਜਾ ਰਹੇ ਨੇ। ਮੈਰਿਜਸ ਨੂੰ ਜੈਨੂਅਨ ਕਿਹਾ ਜਾ ਰਿਹਾ ਹੈ ਪਰ ਜਿਹੜਾ ਖਰਚਾ ਉਹ ਇੱਕ ਧਿਰ ਵੱਲੋਂ ਕੀਤਾ ਗਿਆ, ਸਟੱਡੀ ਦੂਜੀ ਧਿਰ ਵੱਲੋਂ ਕੀਤੀ ਗਈ ਔਰ ਦੋਨਾਂ ਦੇ ਵਿੱਚ ਆਪਸੀ ਜਿਹੜਾ ਤਣਾਅ ਆ ਕਿਸੇ ਵੀ ਕਾਰਨ ਕਰਕੇ ਹੋਇਆ ਹੋ ਸਕਦਾ। ਉਹਦੇ 'ਚ ਇਹ ਮੰਗ ਬਹੁਤ ਵੱਧ ਰਹੀ ਹੈ ਕਿ ਇਹਨਾਂ 'ਤੇ ਐਕਸ਼ਨ ਲਿਆ ਜਾਵੇ। ਜਿਹੜੀ ਧਿਰ ਕੈਨੇਡਾ ਆ ਜਾਂਦੀ ਹੈ ਉਹਦੇ 'ਤੇ ਐਕਸ਼ਨ ਲਿਆ ਜਾਵੇ ਕਿਉਂਕਿ ਉਹਨਾਂ ਨੇ ਜਿਹੜੀ ਬੈਕ ਹੋਮ ਧਿਰ ਹੈ ਉਹਨਾਂ ਦੀ ਸਪੋਰਟ ਨਹੀਂ ਕੀਤੀ ਜਾਂ ਉਹਨਾਂ ਨੂੰ ਬੁਲਾਇਆ ਨਹੀਂ ਇੱਥੇ। ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਮੈਰਿਜ ਵੀ ਜੈਨੂਅਨ ਹੈ, ਸਭ ਕੁਝ ਜੈਨੂਅਨ ਹੈ, ਜੇ ਅਜਿਹਾ ਕੁਛ ਤਣਾਅ ਜਿਹੜਾ ਹੈ ਬਾਅਦ 'ਚ ਹੋ ਜਾਂਦਾ ਤਾਂ ਕੀ ਇੱਧਰ ਜਿਹੜੀ ਪਾਰਟੀ ਹੈ ਜਿਹੜੀ ਕੈਨੇਡਾ ਦੇ ਵਿੱਚ ਹੈ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ? ਦੂਸਰੀ ਗੱਲ ਇਹ ਹੈ ਕਿ ਤੁਹਾਡਾ ਓਪੀਨੀਅਨ ਕੀ ਹੈ ਇਸ ਪੂਰੇ ਮਸਲੇ ਦੇ ਉੱਤੇ ਸਪਾਊਸਲ ਵੀਜ਼ੇ ਦੇ? ਰਗਨੀ ਜੀ, ਸਭ ਤੋਂ ਪਹਿਲੀ ਗੱਲ ਤਾਂ ਹੈ ਵੀ ਜਿਹੜੇ ਵੀ ਇੰਡੀਆ ਤੋਂ ਵੀ ਜਿਹੜੇ ਇੱਦਾਂ ਦੇ ਸਟੈਪਸ ਵੀ ਲੈਂਦੇ ਨੇ, ਜਿਹੜੀ ਇੱਦਾਂ ਦੀ ਕੰਸੀਡਰੇਸ਼ਨ ਵੀ ਅਵੇਲ ਕਰਦੇ ਨੇ, ਪਹਿਲੀ ਗੱਲ ਤਾਂ ਉੱਥੇ ਹੀ ਗਲਤ ਆ।
ਜੀ ਆਪਾਂ ਤਾਂ ਮਤਲਬ ਸ਼ੁਰੂਆਤ ਹੀ ਉੱਥੋਂ ਗਲਤ ਕਰ ਦਿੱਤੀ ਵੀ ਅਸੀਂ ਜੀ ਕਹਿ ਰਹੇ ਓਕੇ ਅਸੀਂ ਪੈਸੇ ਲਾ ਦਾਂਗੇ ਵਿਆਹ ਕਰ ਦਾਂਗੇ ਤੁਸੀਂ ਜੀ ਪਹੁੰਚੋ ਕੈਨੇਡਾ ਤੇ ਅਸੀਂ ਸੋ ਤੁਸੀਂ ਮਤਲਬ ਯੂ ਹੈਵ ਨੋ ਕੰਟਰੋਲ ਜੀ ਸੋ ਪਹਿਲੀ ਗੱਲ ਤਾਂ ਇਹੋ ਗਲਤ ਆ ਹੁਣ ਜੇ ਇੱਥੇ ਆ ਗਏ ਨੇ ਆਲ ਯੂ ਕੈਨ ਡੂ ਇਜ਼ ਕਿ ਤੁਸੀਂ ਰੌਲਾ ਪਾ ਸਕਦੇ ਹੋ ਕੰਪਲੇਨ ਕਰ ਸਕਦੇ ਹੋ IRCC ਦੇ ਆਫਿਸ ਦੇ ਵਿੱਚ ਜਿਹੜੇ ਵੀ ਤੁਸੀਂ ਆਪਣੇ ਲੋਕਲ ਪੋਲੀਟੀਸ਼ੀਅਨਸ ਨੂੰ ਅਪਰੋਚ ਕਰ ਸਕਦੇ ਬਟ ਵਾਟ ਇਫ ਦਾ ਕੈਂਡੀਡੇਟ ਚਾਹੇ ਉਹ ਲੜਕੀ ਹੈ ਜਾਂ ਲੜਕਾ ਇਫ ਦੇ ਜਸਟ ਫਾਈਂਡ ਸਮਵਨ ਐਲਸ ਵਿਚ ਕੁਡ ਬੀ ਅ ਜੈਨੂਇਨ ਰੀਜ਼ਨ ਕਿ ਉਹਨਾਂ ਦੀ ਨਹੀਂ ਬਣਦੀ ਉਹਨਾਂ ਨੂੰ ਦੂਜਾ ਪਾਰਟਨਰ ਮਿਲ ਗਿਆ ਦੇ ਜਸਟ ਵਾਂਟ ਟੂ ਮੂਵ ਔਨ ਸੋ ਲਾ ਡੂ ਪਰਮਿਟ them ਕਿ ਭਾਈ ਉਹ ਇੱਥੇ ਕਿਸੇ ਨਾਲ ਲੋਕਲ ਮੈਰਿਜ ਕਰ ਸਕਦੇ ਕੈਨੇਡੀਅਨ ਜਿਹੜੇ ਨੇ ਸਿਟੀਜ਼ਨ ਨਾਲ ਜਾਂ ਪੀਅਰ ਨਾਲ ਸੋ ਦੇ I think there's a lot more that as a society we should avoid this kind of a situation ਕਿ ਆਪਾਂ ਨੂੰ ਇਦਾਂ ਦੇ circumstances ਤੋਂ ਗੁਜ਼ਰਨਾ ਹੀ ਨਾ ਪਵੇ ਸਾਰਿਆਂ ਤੋਂ ਜ਼ਿਆਦਾ and all said and done it's not only our community because we know only our community that's why we are talking about this ਇਹ ਹੋਰ ਵੀ ਕਮਿਊਨਿਟੀਜ਼ ਦੇ ਵਿੱਚ ਪ੍ਰਵੇਲ ਕਰਦੀਆਂ ਐਂਡ ਬਹੁਤ ਸਾਲ ਪਹਿਲਾਂ 10 ਆਲਮੋਸਟ ਆਈ ਥਿੰਕ ਇਫ ਆਮ ਨਾਟ ਮਿਸਟੇਕਨ 2010 ਜਾਂ 11 ਦੀ ਗੱਲ ਆ ਦੇयर ਵਾਸ ਅ ਕੇਸ ਜਿਹਦੇ ਕਰਕੇ ਸਾਰਾ ਉਦੋਂ ਰੌਲਾ ਤਾਂ ਉਦੋਂ ਵੀ ਬਹੁਤ ਪੈਂਦਾ ਸੀਗਾ ਬਟ ਦੇयर ਵਾਸ ਅ ਗਾਏ ਯੰਗ ਫੈਲੋ ਉਹਦੀ ਮੈਰਿਜ ਵੀ ਬੜੇ ਚਾਅ ਨਾਲ ਮੁੰਡੇ ਨੇ ਵਿਆਹ ਕਰਾਇਆ ਵੈਂਕੂਵਰ ਦੇ ਵਿੱਚ ਦ ਗਰਲ ਕੇਮ ਸਾਰੇ ਸੁਣਦੇ ਸੀਗੇ ਲੜਕੀਆਂ ਇੱਥੇ 에ਅਰਪੋਰਟ ਤੇ ਆਉਂਦੀਆਂ ਸੀ ਜਾਂ ਅੰਡਰਗਰਾਊਂਡ ਹੋ ਜਾਂਦੀਆਂ ਸੀਗੀਆਂ ਤੇ ਕਿਉਂਕਿ ਉਹਨਾਂ ਦੇ ਆਲਰੇਡੀ ਡਿਫਰੈਂਟ ਜਿਹੜੇ ਆ ਮੋਟਿਵਸ ਹੁੰਦੇ ਸੀ ਦ ਗਾਏ ਕੇਮ ਟੂ ਨੋ ਕਿ ਹਿਸ ਵਾਈਫ ਡਜ਼ਨਟ ਵਾਂਟ ਟੂ ਸਟੇ ਵਿਦ ਹਿਮ ਬਿਕਾਜ਼ ਦ ਗਰਲ ਸੈਡ ਹਿਮ ਵੈਰੀ ਕਲੀਅਰਲੀ ਕਿ ਮੈਂ ਨਹੀਂ ਇੱਥੇ ਨਾਲ ਰਹਿਣਾ ਐਂਡ ਹੀ ਜਸਟ ਕਮਿਟਡ ਸੁਸਾਈਡ ਐਂਡ ਹਿਸ ਫਾਦਰ ਵਾਜ਼ ਨਾਟ ਅਲਾਈਵ ਸੋ ਉਹਨਾਂ ਦੀ ਸਾਰੀ ਫੈਮਿਲੀ ਰੂਇਨ ਹੋ ਗਈ ਉਸ ਤੋਂ ਬਾਅਦ ਫਿਰ ਗਵਰਨਮੈਂਟ ਨੇ ਇੱਕ ਲਾ ਵੀ ਲਿਆਂਦਾ ਵੀ ਜਿਹੜਾ ਇੱਦਾਂ ਸਪਾਊਸ ਆਉਣਗੇ ਉਹਨਾਂ ਲਈ ਇੱਕ ਟਾਈਮ ਫਰੇਮ ਰੱਖਿਆ ਵੀ ਤੁਸੀਂ ਇੰਨੀ ਦੇਰ ਤੱਕ ਤੁਸੀਂ ਕਿਸੇ ਨੂੰ ਸਪਾਂਸਰ ਨਹੀਂ ਕਰ ਸਕਦੇ ਇਹ ਉਹ ਆਲ ਦੋਜ਼ ਕੰਡੀਸ਼ਨਸ ਵਿੱਚ ਤੁਸੀਂ ਸੈਕੰਡ ਮੈਰਿਜ ਕਰੋਗੇ ਤੇ ਤੁਸੀਂ ਬਾਹਰੋਂ ਨਹੀਂ ਬੰਦਾ ਲਿਆ ਸਕਦੇ ਬਟ ਦੈਨ ਜਿਹੜੇ ਇੱਥੇ ਬੰਦੇ ਸੀਗੇ ਉਹ ਜਿਹੜੇ ਸਪਾਊਸ ਉੱਥੋਂ ਆਉਂਦੇ ਸੀ ਉਹਨਾਂ ਨੂੰ ਐਕਸਪਲੋਇਟ ਕਰਨ ਲੱਗ ਪਏ ਸੋ ਇਹ ਦੋਨੋਂ ਸਾਈਡਾਂ ਤੋਂ ਜਿਹੜੇ ਫਿਰ ਆਈ ਥਿੰਕ 2015 ਚ ਕਿ ਲੇਟਰ ਅਗੇਨ ਦੇ ਚੇਂਜ ਦ ਲਾਜ਼ ਸੋ ਹੁਣ ਅੱਜ ਦੀ ਡੇਟ 'ਚ ਇਹ ਵੀ ਇਫ ਯੂ ਆਰ ਸਪਾਂਸਰਿੰਗ ਯੂਰ ਸਪਾਊਸ ਫਰੋਮ ਓਵਰਸੀਜ਼ ਐਂਡ ਫॉर ABC ਰੀਜ਼ਨ ਤੁਸੀਂ ਜਿਹੜਾ ਵਾ ਇੱਥੇ ਇਕੱਠੇ ਹੁੰਦੇ ਹੋ ਜਾਂ ਤੁਹਾਡਾ ਡਿਵੋਰਸ ਹੋ ਜਾਂਦਾ ਦੈਨ ਹੂਸੋਐਵਰ ਇਜ਼ ਬੀਇੰਗ ਸਪਾਂਸਰਡ ਉਹਨੂੰ 5 ਸਾਲ ਵੇਟ ਕਰਨੀ ਪੈਂਦੀ ਹੈ ਸੈਕੰਡ ਜਿਹੜਾ ਆਪਣਾ ਮੈਰਿਜ ਕਰਾਉਣ ਤੋਂ ਬਾਅਦ ਸਪਾਂਸਰ ਕਰਨ ਲਈ ਸੋ ਦਿਸ ਅ ਲੋਟ ਆਫ ਇਟ ਕੱਲਾ ਇਹ ਕਹਿ ਦੇਣਾ ਬਈ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਵੀ ਇਦਾਂ ਦੇ ਕਰਦੇ ਥਿੰਕ ਅਬਾਊਟ ਇਟ ਕਿ ਉਹ ਵੀ ਤਾਂ ਗਲਤ ਆ ਜੀ ਜੀ ਇਹਦੇ ਨਾਲ ਜੇ ਅਸੀਂ ਗੱਲ ਕਰੀਏ ਆਪਣੇ ਵਿਊਅਰਸ ਦੀ ਉਹਨਾਂ ਦੇ ਵਿੱਚੋਂ ਇੱਕ ਸਵਾਲ ਜਿਹੜਾ ਹੈ ਉਹਦਾ ਜਵਾਬ ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਸਪਾਊਜ਼ਲ ਕੇਸ ਦੀ ਅਸੀਂ ਗੱਲ ਕਰ ਰਹੇ ਹਾਂ ਸਪਾਊਜ਼ਲ ਕੇਸ ਦੇ ਵਿੱਚ ਉਹਨਾਂ ਦੀ ਜਿਹੜੀ ਫਾਈਲ ਹੈ ਜਿਹੜੇ ਨੋਟਸ ਉਹਨਾਂ ਨੇ ਇਮੀਗ੍ਰੇਸ਼ਨ ਤੋਂ ਮੰਗਾਏ ਨੇ ਉਸ ਮੁਤਾਬਕ ਉਹ ਅਪਰੂਵ ਹੋ ਚੁੱਕੀ ਹੈ ਪਰ ਉਸ ਨੂੰ ਅਪਰੂਵ ਹੋਇਆ ਅਰਾਊਂਡ ਕੁਝ 6 ਮਹੀਨੇ ਤੋਂ ਉੱਪਰ ਦਾ ਟਾਈਮ ਜਿਹੜਾ ਹੋ ਚੁੱਕਿਆ ਹੈ ਪਰ ਫਿਰ ਵੀ ਉਹਨਾਂ ਦਾ ਵੀਜ਼ਾ ਸਟੈਂਪ ਜਾਂ ਫਿਰ ਉਹਨਾਂ ਨੂੰ ਕੋਈ ਇਦਾਂ ਦਾ ਇਨਵੀਟੇਸ਼ਨ ਨਹੀਂ ਆ ਰਿਹਾ ਜਿਹੜੇ ਇੰਡੀਆ ਬੈਠੇ ਨੇ ਉਹਨਾਂ ਨੂੰ ਸੋ ਅਪਰੂਵਲ ਨੋਟਸ ਕਹਿ ਰਹੇ ਨੇ ਅਪਰੂਵਲ ਹੋ ਗਿਆ ਹੈ ਆਫੀਸ਼ੀਅਲ ਇਹ ਕਦੋਂ ਹੋਏਗਾ ਜਾਂ ਕੀ ਉਹ ਕਰ ਸਕਦੇ ਨੇ ਕਿਉਂਕਿ 6 ਮਹੀਨੇ ਤੋਂ ਉੱਪਰ ਅਪਰੂਵਲ ਹੋਏ ਨੂੰ ਹੀ ਹੋ ਗਿਆ ਔਰ ਫਾਈਲ ਲਗਾਏ ਨੂੰ ਸ਼ਾਇਦ ਉਹਨਾਂ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਦੱਸ ਰਹੇ ਨੇ ਹੋ ਗਿਆ ਰਗਨੀ ਜੀ ਜਿਹੜੇ ਇਦਾਂ ਦੇ ਕੇਸ ਨੇ ਵੈਸੇ ਆਪਾਂ ਸਾਰਿਆਂ ਨੂੰ ਪਤਾ ਵਾ ਬਈ ਇੰਡੀਆ 'ਚ ਜਿਨ੍ਹਾਂ ਦੇ ਪਰਮਨੈਂਟ ਰੈਜ਼ੀਡੈਂਸੀ ਲਾਸਟ ਈਅਰ ਮਾਰਚ ਤੋਂ ਪ੍ਰੋਸੈਸ ਹੋਣ ਤੋਂ ਬਾਅਦ ਵੀ ਦੇ ਹੈਵ ਨਾਟ ਬੀਨ ਅਲਾਉਡ ਟੂ ਟਰੈਵਲ ਟੂ ਕੈਨੇਡਾ So most of those things are on hold and we expect कि last week तो बाद क्योंकि इत्थे हुन काफ़ी COVID is quite under control and we are hoping कि flights भी जड़ियाँ ना 21 जुलाई तो बाद वैसे तो एयर कैनेडा दी already शुरू हो गई हैं people are buying tickets and even though they are being sold at an exorbitant high prices almost 1.5 ਲੱਖ 2 ਲੱਖ ਦੀ one way ਦੀ ਟਿਕਟ ਆ ਤੇ ਇਹ ਜਿਹੜੇ ਆ ਫਾਈਲਾਂ ਉਹ ਮੂਵ ਹੋਣਗੀਆਂ ਦੇ ਜਸਟ ਵੇਟਿੰਗ ਫॉर ਦਾ ਕੋਵਿਡ ਟੂ ਗੈਟ ਓਵਰ ਬਿਕੋਜ਼ ਇੰਡੀਆ ਦੇ ਵਿੱਚ ਜਿਹੜਾ ਥੋੜੀ ਜਿਹੀ ਦਿੱਕਤ ਹੋਣ ਕਰਕੇ ਕੋਵਿਡ ਜ਼ਿਆਦਾ ਹੋਣ ਕਰਕੇ ਉਹ ਵੀ ਇੱਕ ਵਜ੍ਹਾ ਹੋ ਸਕਦੀ ਅੰਟਿਲ ਅਨਲੈਸ ਉਸ ਪਾਰਟਿਕੂਲਰ ਫਾਈਲ ਦੇ ਵਿੱਚ ਉਹਨਾਂ ਕੋਲ ਕੋਈ ਇਦਾਂ ਦੀ ਨਿਊ ਇਨਫੋਰਮੇਸ਼ਨ ਆ ਜੇ ਜਿਹੜੀ ਕਿ ਉਹਨਾਂ ਕੋਲ ਪਹਿਲਾਂ ਨਹੀਂ ਹੈਗੀ ਫਿਰ ਉਹ ਅਪਰੂਵ ਕੀਤੀਆਂ ਹੋਈਆਂ ਫਾਈਲਸ ਵੀ ਜਿਹੜੀਆਂ ਉਹ ਰੱਦ ਕੀਤੀਆਂ ਜਾ ਜਾਂਦੀਆਂ ਕਿਉਂਕਿ ਜੇ ਕੋਈ ਉਹਨਾਂ ਕੋਲ ਨਵੀਂ ਇਨਫੋਰਮੇਸ਼ਨ ਆ ਗਈ ਹੈ ਪਤਾ ਲੱਗ ਜਾਵੇ ਉਹਨਾਂ ਇਹ ਜਿਹੜੀ ਦਿਸ ਮੈਰਿਜ ਇਜ਼ ਜਸਟ ਅ ਮੈਰਿਜ ਆਫ ਕਨਵੀਨੀਅੰਸ ਦੈਨ ਇਟ ਇਜ਼ ਐਨ ਇਸ਼ੂ
ਜੀ, ਇਹਦੇ ਨਾਲ ਜਿਹੜਾ ਇੱਕ ਹੋਰ ਸਵਾਲ ਹੈ ਉਹ ਇੱਕ ਸਾਡੇ ਵੀਰ ਵੱਲੋਂ ਕੀਤਾ ਗਿਆ ਹੈ ਕਿ ਉਹਨਾਂ ਨੇ ਜਿਹੜੀ ਡਾਕੂਮੈਂਟੇਸ਼ਨ ਦਿੱਤੀ ਸੀਗੀ ਇੱਥੇ ਫਾਈਲ ਬਿਲਕੁਲ ਨਾਰਮਲ ਜਿੱਦਾਂ ਆਪਾਂ ਲਗਾਉਂਦੇ ਆ ਐਕਸਪ੍ਰੈਸ ਐਂਟਰੀ ਦੇ ਵਿੱਚ ਉਸ ਤਰੀਕੇ ਨਾਲ ਚੱਲ ਰਹੀ ਸੀ, ਪਰ ਉਹਨਾਂ ਨੇ ਜਿਹੜੀ ਆਪਣੀ ਡੈਜ਼ਿਗਨੇਸ਼ਨ ਹੈ ਉਹ ਸੁਪਰਵਾਈਜ਼ਰ ਦੀ ਦਿੱਤੀ ਸੀ ਔਰ ਇਹਨਾਂ ਦਾ ਕੇਸ ਵਨ ਆਫ ਦੋਜ਼ ਕੇਸਿਸ ਸੀ ਜਿਹਦੇ ਵਿੱਚ ਉਹਨਾਂ ਨੇ ਕ੍ਰਾਸ ਚੈੱਕ ਕੀਤਾ ਔਰ ਕਿਉਂਕਿ ਉਹਨਾਂ ਨੂੰ ਜਿਹੜਾ ਅਮਾਊਂਟ ਹੈ ਜਿਹੜੀ ਸੈਲਰੀ ਮਿਲ ਰਹੀ ਹੈ ਉਹ ਜਸਟੀਫਾਈਂਗ ਨਹੀਂ ਲੱਗੀ ਔਰ ਉੱਥੇ ਜਦੋਂ ਕਾਲ ਕੀਤੀ ਹੈ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਹੈ ਕਿ ਇਸ ਨਾਮ ਦੇ ਕੋਈ ਸੁਪਰਵਾਈਜ਼ਰ ਨਹੀਂ ਹੈ। ਸੋ ਉੱਥੇ ਕਿ ਉਹਨਾਂ ਨੇ ਉਹਨਾਂ ਦੀ ਫਾਈਲ ਤੇ ਜਿਹੜਾ ਸਟ੍ਰਿਕਟ ਐਕਸ਼ਨ ਲਿਆ ਹੈ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਗੇ ਮੂਵ ਫਾਰਵਰਡ ਨਹੀਂ ਕਰ ਸਕਦੇ। ਉਹ ਉਹਨਾਂ ਕੋਲ ਇਸ ਟਾਈਮ ਤੇ ਕੋਈ ਸੋਲੂਸ਼ਨ ਹੈ, ਉਹ ਕੋਈ ਫਾਈਟ ਬੈਕ ਕਰ ਸਕਦੇ ਨੇ ਇਸ ਚੀਜ਼ ਨੂੰ, ਜਾਂ ਫਿਰ ਇਹਨੂੰ ਅਸੀਂ ਕਵਾਂਗੇ ਕਿ ਇਹ ਧੋਖਾਧੜੀ ਦਾ ਮਾਮਲਾ ਬਣਦਾ ਹੈ? ਅਗੇਨ ਰਾਗਨੀ ਜੀ, ਦੋਨੋਂ ਚੀਜ਼ਾਂ ਨੇ। ਧੋਖਾਧੜੀ ਦਾ ਮਾਮਲਾ ਵੀ ਬਣਦਾ ਤੇ ਮੂਵ ਕਰਨ ਲਈ ਇੱਕ ਬਿਕੋਜ਼ ਦਿਸ ਇਜ਼ ਅ ਕੇਸ ਸਪੈਸੀਫਿਕ, ਵੀ ਡੋਂਟ ਨੋ ਐਗਜ਼ੈਕਟਲੀ ਵਟ ਫਾਈਲ ਇਜ਼। ਕਿਆ ਉਹ ਮਿਸ ਰਿਪਰੈਜ਼ੈਂਟੇਸ਼ਨ ਦੇ ਵਿੱਚ ਜਾਂਦੀ ਹੈ? ਕਿਆ ਉੱਥੇ ਜਿਹੜਾ ਜਿੰਨੇ ਮਤਲਬ ਫੋਨ ਦਾ ਜਵਾਬ ਦਿੱਤਾ ਵਾ, ਕਿਆ ਉਹ ਨਿਊ EMPLOYE ਤਾਂ ਨਹੀਂ ਸੀ ਕਿ ਜਿਹਨੂੰ ਪਤਾ ਹੀ ਨਹੀਂ? ਮੰਨ ਲਓ ਕਿਸੇ ਰਿਸੈਪਸ਼ਨ ਤੇ ਕਿਸੇ ਨੇ ਕਾਲ ਕਰ, ਹੋ ਸਕਦਾ ਉਹ EMPLOYE ਜਿਹੜਾ ਸੁਪਰਵਾਈਜ਼ਰ ਸੋ ਕਾਲਡ EMPLOYE ਹੈ ਛੱਡ ਕੇ ਚਲਾ ਗਿਆ ਹੋਵੇ। ਜਿਹੜਾ ਸੁਪਰਵਾਈਜ਼ਰ ਤੁਸੀਂ ਸੈਲਰੀ ਦੀ ਗੱਲ ਕਰ ਰਹੇ, ਇਟ ਡਿਪੈਂਡਸ, ਨਾਟ ਨੈਸੈਸਰੀ, ਇਟ ਇਜ਼ ਨਾਟ ਰਿਕੁਆਇਰਡ ਕਿ ਸੈਲਰੀ ਜਿਹੜੀ ਹੈ ਜੇ ਤੁਸੀਂ ਨਾਰਮਲ ਸਰਕਮਸਟੈਂਸਿਸ ਉਹ ਮੈਚ ਹੋਣੀ ਜ਼ਰੂਰੀ ਨਹੀਂ ਹੈ। ਇਟ ਕੁਡ ਬੀ ਵੈਰੀ ਕਲੋਜ਼ to that amount until and unless it is an LMI based salary or PNB। so ਅਗਰ ਉਹ ਚੀਜ਼ਾਂ ਨਹੀਂ ਹੈਗੀਆਂ ਤਾਂ ਸੈਲਰੀ ਦੀ ਰਿਕੁਆਇਰਮੈਂਟ, ਇਹ ਰਿਕੁਆਇਰਮੈਂਟ ਹੈ ਨਹੀਂ ਵੀ ਸੈਲਰੀ ਜਿਹੜੀ ਹੈ ਇੰਨੀ ਹੋਣੀ ਜ਼ਰੂਰੀ ਹੈ। ਠੀਕ ਹੈ ਜੀ। ਸੋ ਕੇਸ ਸਪੈਸੀਫਿਕ ਹੈ, ਸੋ ਪੂਰੀ ਫਾਈਲ ਦੇਖ ਕੇ ਹੀ ਐਗਜ਼ੈਕਟਲੀ ਓਪੀਨੀਅਨ ਦਿੱਤਾ ਜਾ ਸਕਦਾ, ਬਟ ਇਟ ਕੁਡ ਬੀ ਆਈਦਰ ਵੇ। ਜੇ ਉਹਨਾਂ ਨੇ ਕੀਤਾ ਵਾ, ਹਾਂ ਜੇ ਮੰਨ ਲਓ ਜੈਨੂਅਨ ਆ ਵੀ ਵਾਕਈ ਉੱਥੇ ਜੋਬ ਕਰਦਾ, ਸੈਲਰੀ ਭਾਵੇਂ ਘੱਟ ਵੀ ਹੈ, ਦੈਨ ਦਾ EMPLOYER ਕੈਨ ਜਸਟ ਗਿਵ ਐਨ ਐਫੀਡੇਵਿਟ ਕਿ ਭਾਈ ਉੱਥੇ ਉਸ ਟਾਈਮ ਦੇ ਵਿੱਚ ਕੋਈ ਹੋਰ ਬੰਦਾ ਸੀਗਾ ਫੋਨ ਤੇ, ਮੈਂ ਇੱਥੇ ਆ, ਮੇਰੇ ਕੋਲ ਆ ਸਾਰੇ ਪੇ ਸਟਬਸ ਨੇ, ਆਲ ਦੀਜ਼ ਆਰ ਪ੍ਰੂਵ, ਐਂਡ ਦੇ ਕੈਨ ਜਸਟ ਹੈਵ ਸਮ ਸਪੋਰਟਿੰਗ ਡਾਕੂਮੈਂਟ। ਜੇ ਕਿਸੇ ਕੋਲ ਉੱਥੇ ਆਪਣਾ ਫੈਕਟਰੀ ਜਾਂ ਆਫਿਸ ਦੇ ਵਿੱਚ ਕੈਮਰੇ ਅੱਜ ਕੱਲ੍ਹ ਆਮ ਲੱਗੇ ਹੁੰਦੇ ਨੇ, ਦੇ ਕੈਨ ਜਸਟ ਗਿਵ ਅ ਕਲਿੱਪ ਟੂ ਦੈਮ ਕਿ ਭਾਈ ਆ ਦੇਖ ਲਓ ਸਾਰਾ ਕੁਝ ਹੈਗਾ। ਸੋ ਦੇਰ ਆਰ ਡਿਫਰੈਂਟ ਵੇਜ਼ ਟੂ get it fixed। ਜੀ, ਐਟ ਦ ਐਂਡ ਤੁਸੀਂ ਕੀ ਜਿਹੜਾ ਮੈਸੇਜ ਹੈ ਜਾਂ ਕੀ ਅਪਡੇਟ ਹੈ ਜਾਂ ਕੋਈ ਇਹੋ ਜਿਹਾ ਜਿਹੜਾ ਸਾਡੇ ਵਿਊਅਰਸ ਨੂੰ ਦੇਣਾ ਚਾਹੁੰਦੇ ਹੋਵੋ, ਕਿਉਂਕਿ ਆਪਣਾ ਰੈਪ ਅਪ ਹੈ ਹੁਣ ਔਰ ਅਸੀਂ ਚਾਹੁੰਦੇ ਹਾਂ ਕਿ ਐਟ ਦ ਐਂਡ ਤੁਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਦੱਸੋ ਕਿ ਕੀ ਉਹ ਉਮੀਦ ਕਰ ਸਕਦੇ ਨੇ ਆਉਣ ਵਾਲੇ ਮੰਥਸ ਜਾਂ ਦਿਨਾਂ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਡੋਂਟ ਫਾਈਂਡ ਅ ਸ਼ਾਰਟਕਟ ਟੂ ਕਮ ਟੂ ਕੈਨੇਡਾ। ਲੋਟ ਆਫ ਪੀਪਲ ਡੂ ਦੈਟ, ਨਾ ਤਾਂ ਉਹ ਲੱਭੋ ਔਰ ਜਿਹੜੇ ਡਾਕੂਮੈਂਟਸ ਨੇ, ਆਈ ਡੂ ਹੀਅਰ ਲੋਟ ਆਫ ਸਟੋਰੀਜ਼ ਕਿ ਫਲਾਣੇ ਨੇ ਫਲਾਣੀ ਜਗ੍ਹਾ ਤੋਂ ਐਜੂਕੇਸ਼ਨ ਡਾਕੂਮੈਂਟ ਬਣਾ ਲਿਆ, ਫਲਾਣੀ ਜਗ੍ਹਾ ਤੋਂ ਆਈਲੈਟਸ ਦਾ ਇੱਦਾਂ ਕਰ ਲਿਆ, ਬਟ ਦੈਨ ਦੇ ਫਾਈਂਡ ਆਊਟ, ਆਈ ਮੀਨ ਯੂ ਕੈਨ ਜਸਟ ਆਪਣਾ ਕਿਸੇ ਨੇ ਇੰਡੀਆ ਦੇ ਵਿੱਚ ਰਹਿੰਦੇ ਹੋਏ ਵੀ there are certain provinces which are notoriously known for these particular things, especially Bihar is one such example। तो ਤੁਸੀਂ ਵੈਸੇ ਹੀ ਐਜ਼ ਅ ਕੰਸਲਟੈਂਟ ਤੁਸੀਂ ਜੇ ਗੂਗਲ ਕਰਕੇ ਦੇਖ ਲੋਗੇ ਵੀ ਉਹਨਾਂ ਦੇ ਡਾਕੂਮੈਂਟਸ ਐਗਜ਼ਿਸਟ ਕਰਦੇ, ਦੇ ਡੋਂਟ। ਕੋਈ ਵੈਬਸਾਈਟ ਤੇ ਤੁਸੀਂ ਦੇਖ ਲਓ ਤੁਹਾਨੂੰ ਪਤਾ ਲੱਗ ਜਾਂਦਾ ਵੀ ਦੇ ਡੋਂਟ ਐਗਜ਼ਿਸਟ। ਸੋ ਲਾਈਕਵਾਈਜ਼ ਆਈਲੈਟਸ ਦਾ, ਸੋ I would recommend and suggest all the ਜਿਹੜੇ ਐਸਪਾਇਰੈਂਟਸ ਨੇ ਵੀ ਤੁਸੀਂ ਇੱਦਾਂ ਦਾ ਕੋਈ ਕੰਮ ਨਾ ਕਰੋ ਵੀ ਬਾਅਦ ਦੇ ਵਿੱਚ ਤੁਹਾਨੂੰ ਮਿਸ ਰਿਪਰੈਜ਼ੈਂਟੇਸ਼ਨ 2 ਜਾਂ 5 ਸਾਲ ਤੋਂ ਲੱਗ ਜਾਏ। ਵੀ ਡੂ ਹੈਵ ਅ ਸਿਨੈਰੀਓ ਵੇਅਰ ਇੱਕ ਸੀਨੀਅਰ ਇੱਥੇ ਬੜੇ ਰਿਸਪੌਂਸੀਬਲ ਪਰਿਵਾਰ ਦੇ, ਉਹਨਾਂ ਨੇ ਕਿਤੇ ਆਪਣਾ ਪੰਜਾਬ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਅਪਲਾਈ ਕੀਤਾ, ਆਲਰੇਡੀ ਦ ਲੇਡੀ ਦ ਮਦਰ ਆਫ ਦ ਬॉय ਵਾਜ਼ ਹੇਅਰ ਇਨ ਕੈਨੇਡਾ। ਉਹ ਕਿਸੇ ਲੋਕਲ ਉੱਥੇ ਬੰਦੇ ਨੇ ਕਿਸੇ ਹੋਰ ਦੀ ਰਸੀਟ ਦੂਜੇ ਬੰਨੇ ਲਗਾ ਦਿੱਤੀ। she is a single widowed lady and now she cannot come to Canada। 5 ਸਾਲ ਲਈ ਉਹਨੂੰ ਬੈਨ ਲਾਤਾ। so just be careful, don't make such a mistakes। ਜੀ, ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਉਮੀਦ ਕਰਦੇ ਹਾਂ ਕਿ ਜਿਹੜੀ ਇਨਫੋਰਮੇਸ਼ਨ ਹੈ ਸਾਡੇ ਵਿਊਅਰਸ ਦੇ ਲਈ ਲਾਹੇਵੰਦ ਹੋਵੇਗੀ। ਇਹ ਸੀ ਦਾ ਇਮੀਗ੍ਰੇਸ਼ਨ ਸ਼ੋਅ ਦੀ ਇਸ ਸੀਰੀਜ਼ ਦਾ ਸਾਡਾ ਆਖਰੀ ਐਪੀਸੋਡ। ਜਲਦ ਹੀ ਮੁੜ ਤੋਂ ਹਾਜ਼ਰ ਹੋਵਾਂਗੇ ਇੱਕ ਨਵੀਂ ਸੀਰੀਜ਼ ਦੇ ਨਾਲ, ਜਿਸ ਵਿੱਚ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਹੋਰ ਬਦਲਾਵਾਂ ਬਾਰੇ ਤੇ ਨਵੇਂ ਅਪਡੇਟਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਦੇਸ਼ ਦੁਨੀਆ ਦੀਆਂ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ PTC ਪੰਜਾਬੀ।